ਜਿਹੜੇ ਵਿਰੋਧੀ ਹੈ ਕਹਿ ਰਿਹਾ ਕਿ ਟਰੱਕ ਯੂਨੀਅਨ 'ਚ ਕਰਪਸ਼ਨ ਬਹੁਤ ਹੋਈ ਹੈ ਜੀ, ਤੇ ਇਸ ਦੇ ਨਾਲ ਹੀ ਕਰਪਸ਼ਨ ਨੂੰ ਲੈ ਕੇ ਉਹ ਪ੍ਰਧਾਨ ਦੇ ਅਸਤੀਫੇ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਸੀ। ਕੀ ਕਹੋਗੇ? मैं दावे ना कहना 70% वोटां ट्रक यूनियन ਦੀਆਂ अलग पवा के देख लो, जे 70% से घट निकल जान उदों रिजाइन कर दूंगा, जो जुर्माना लाना ला दूँ। EACL फैक्ट्री काम भी दिंदी है, NFL भी दिंदी है, पर ਜਿਹੜੇ ਅਸੀਂ ਗੱਲ ਕਰੀਏ ਆਪਰੇਟਰ ਹੈ, ਟਰੱਕ ਆਪਰੇਟਰ, ਉਹਨਾਂ 'ਚ ਕਿਤੇ ਨਾ ਕਿਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕਿਵੇਂ ਉਹਨਾਂ ਨੂੰ ਸੈਟੀਸਫਾਈ ਕੀਤਾ ਜਾਵੇਗਾ, ਕਿਉਂਕਿ ਕਾਫੀ ਵੱਡਾ ਵੋਟ ਬੈਂਕ ਵੀ ਕਿਹਾ ਜਾ ਸਕਦਾ ਹੈ। 1500 ਦੇ ਕਰੀਬ ਜੋ ਫੈਮਲੀਆਂ ਜੁੜੀਆਂ ਹੋਈਆਂ ਇਸ ਦੇ ਨਾਲ, ਤੁਹਾਨੂੰ ਲੱਗਦਾ ਹੈ ਕਿ ਇਸ ਦਾ ਅਸਰ ਪਏਗਾ ਵੋਟਾਂ 'ਤੇ? क्योंकि मैं दफ्तर में बैठता हूँ सारा दिन, मैनू पता भी लोगों की भावना क्या है। कुछ लोग हरजोत बैन नाल जातिवाद का भी असर होंदा है, कैंडीडेट देखना होंदा किहड़ी जात दा है। ट्रक ऑपरेटर कह रहे हैं कि उन्होंने रोजगार चला गया है, की है? ਤੁਹਾਨੂੰ ਲੱਗਦਾ ਕਿ ਜੋ ਤੁਹਾਡੇ ਟਰੱਕ ਆਪਰੇਟਰ ਦੇ ਵਿੱਚ ਤੁਹਾਡੇ ਹੀ ਨਾਲ ਸੀਗੇ, ਤੁਹਾਡੇ ਹੀ ਪਾਰਟੀ ਦੇ ਸੀਗੇ, ਚਾਹੇ ਐਕਸ ਪ੍ਰਧਾਨ ਹੋਵੇ, ਚਾਹੇ ਤੁਹਾਡੇ ਕਮੇਟੀ ਮੈਂਬਰ ਹੋਵੇ, ਉਹ ਵੀ ਤੁਹਾਡੇ ਵਿਰੁੱਧ ਚੱਲ ਪਏ ਸੀਗੇ? ਤੇ ਅਸੀਂ ਉੱਥੇ ਕੋਈ ਕਰਪਸ਼ਨ ਨਹੀਂ ਕੀਤੀ ਕਿਸੇ ਕਿਸਮ ਦੀ, ਇਹ ਮੈਂ ਛਾਤੀ ਠੋਕ ਕੇ ਕਹਿ ਸਕਦਾ। ਆਰੋਪ ਇਹ ਵੀ ਲਗਾਏ ਗਏ ਹੈ ਕਿ ਜੋ ਆਪਰੇਟਰ ਹੈ ਉਹਨਾਂ ਦੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹੈ ਕਿਉਂਕਿ ਕੰਮ ਮੁੱਕ ਗਿਆ ਟਰੱਕ ਯੂਨੀਅਨ ਦਾ, ਉਹਨਾਂ ਨੂੰ ਆਪਣੀ ਗੱਡੀਆਂ ਤੱਕ ਵੇਚਣੀਆਂ ਪੈ ਗਈਆਂ। ਤੁਹਾਨੂੰ ਲੱਗਦਾ ਹੈ ਕਿ ਜੋ ਟਰੱਕ ਆਪਰੇਟਰ ਹੈ ਉਹਨਾਂ ਨੇ ਆਪਣੀ ਗੱਡੀਆਂ ਤੱਕ ਵੇਚ ਦਿੱਤੀ? ਫੈਂਸਰਾਂ ਨੇ ਵੀ ਆਪਰੇਟਰਾਂ ਦੀਆਂ ਗੱਡੀਆਂ ਫੜ ਲਈਆਂ, ਕੰਮ ਨਹੀਂ ਸੀ। ਤੁਹਾਨੂੰ ਲੱਗਦਾ ਜੋ ਟਰੱਕ ਆਪਰੇਟਰ 'ਚ ਜੋ ਆਪਰੇਟਰ ਕੁਝ ਨਾਰਾਜ਼ ਸੀਗੇ ਉਹਨਾਂ ਨੂੰ ਮਨਾ ਲਿਆ ਗਿਆ ਜਾਂ ਉਹਨਾਂ ਨੂੰ ਸਮਝਾ ਲਿਆ ਗਿਆ ਹੈ ਕਿ ਗੁੰਮਰਾਹ ਵਗੈਰਾ ਨਾ ਹੋਣ, ਇਸ ਤਰ੍ਹਾਂ ਕੁਝ ਕੀਤਾ ਗਿਆ? ਇਹ ਸੋਚਦੇ ਵੀ ਸੱਤੇ ਵਗੈਰਾ ਟਰੱਕ ਯੂਨੀਅਨ ਚੱਲ ਨਹੀਂ ਸਕਦੀ, ਔਰ ਅਸੀਂ ਦਾਅਵਾ ਕਰਦੇ ਹਾਂ ਕਿ ਸਰਕਾਰ ਬਣੇਗੀ, ਟਰੱਕ ਯੂਨੀਅਨ ਫਿਰ ਇਹਦੇ ਨਾਲ ਜ਼ਿਆਦਾ ਦੌੜੇਗੀ। ਪ੍ਰਧਾਨ ਨੂੰ ਸਾਡੇ ਸਾਹਮਣੇ ਬਿਠਾ ਦਿਓ, ਸਾਡੀ ਓਪਨ ਡਿਬੇਟ ਕਰਾ ਲਓ, ਅਸੀਂ ਸਾਰਾ ਦੁੱਧ ਪਾਣੀ ਦਾ ਪਾਣੀ ਕਰਾਂਗੇ। ਟਰੱਕ ਯੂਨੀਅਨ ਦੁਬਾਰਾ ਬਹਾਲ ਕਰਾਈਆਂ, ਇਹਨਾਂ ਦਾ ਜ਼ਿਕਰ ਤਾਂ ਕਦੇ ਨਹੀਂ ਕਰਦੇ। ਇਹਨਾਂ ਦਾ ਜ਼ਿਕਰ ਵੀ ਤਾਂ ਕਰਨਾ ਚਾਹੀਦਾ ਤਾਂ, ਫਿਰ ਰਾਣਾ ਜੀ ਦੀ ਸਿਫਤ ਕਰਨੀ ਚਾਹੀਦੀ ਸੀ, ਚੰਨੀ ਸਾਹਿਬ ਦੀ ਸਿਫਤ ਕਰਨੀ ਚਾਹੀਦੀ ਸੀ। ਮੈਂ ਤਾਂ ਕਹਿੰਦਾ ਜੇ ਕੱਲ੍ਹ ਨੂੰ ਹਰਜੋਤ ਬੈਂਸ ਕੋਈ ਚੰਗਾ ਕੰਮ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਕਿ ਬਹੁਤ ਅੱਛਾ ਕੀਤਾ। बज गया बिगुल, बिछ गई चुनावी बिसात, किसका बजेगा डंका और किसकी होगी मार? सत्ता के सबसे बड़े रण क्षेत्र का हाल, विधानसभा का महासंग्राम। ਸਤਿ ਸ਼੍ਰੀ ਅਕਾਲ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਤੇ ਮੈਂ ਹਰਕੇ ਸਿੰਘ ਰਾਣਾ। 2022 ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਤੇ ਜਿਸ ਦੇ ਚੱਲਦੇ ਹੋਏ ਹਰ ਇੱਕ ਪਾਰਟੀ ਵੱਲੋਂ ਇੱਕ ਦੂਜੇ ਪਾਰਟੀ ਉੱਤੇ ਐਲੀਗੇਸ਼ਨ ਲਗਾਉਣ ਦਾ ਦੌਰ ਚੱਲਿਆ ਹੋਇਆ ਹੈ। ਅਸੀਂ ਅੱਜ ਗੱਲ ਕਰਾਂਗੇ ਟਰੱਕ ਯੂਨੀਅਨ ਮੁੱਦੇ ਉੱਤੇ, ਕਿਉਂਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਟਰੱਕ ਯੂਨੀਅਨ ਦਾ ਮੁੱਦਾ ਕਾਫੀ ਇਸ ਸਮੇਂ ਗਰਮਾਇਆ ਹੋਇਆ ਹੈ। ਟਰੱਕ ਯੂਨੀਅਨ ਦੇ ਪ੍ਰਧਾਨ ਪਿਆਰੇ ਲਾਲ ਜਸਵਾਲ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰ ਤੁਹਾਡਾ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਤੁਹਾਡੇ ਟੀਵੀ ਚੈਨਲ ਦਾ ਮੈਂ ਧੰਨਵਾਦ ਕਰਦਾ। ਜਿਹੜੀ ਆਵਾਜ਼ ਸਾਡੀ ਲੋਕਾਂ ਤੱਕ ਨਹੀਂ ਪੁੱਜ ਸਕਦੀ ਉਹ ਤੁਹਾਡੇ ਟੀਵੀ ਦੇ ਮਾਧਿਅਮ ਨਾਲ ਪੁੱਜ ਸਕਦੀ ਹੈ। ਟਰੱਕ ਯੂਨੀਅਨ ਦਾ ਜਿਹੜਾ ਮੁੱਦਾ ਸੀ, ਜਦੋਂ ਤੋਂ 2017 ਸਰਕਾਰ ਬਣੀ ਸੀਗੀ ਉਦੋਂ ਕੈਪਟਨ ਸਾਹਿਬ ਨੇ ਇੰਡਸਟਰੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਪੰਜਾਬ 'ਚ, ਪਰ ਇੰਡਸਟਰੀ ਵਾਲੇ ਇਹ ਕਹਿੰਦੇ ਸੀ ਵੀ ਪੰਜਾਬ 'ਚ ਜਿਹੜੀ ਟਰੱਕ ਯੂਨੀਅਨ ਹੈ ਉਹ ਬਹੁਤ ਲੁੱਟ ਕਰਦੀ, ਇਸ ਕਰਕੇ ਅਸੀਂ ਪੰਜਾਬ 'ਚ ਕੋਈ ਇੰਡਸਟਰੀ ਲਗਾਉਣਾ ਨਹੀਂ ਚਾਹੁੰਦੇ। ਕੈਪਟਨ ਸਾਹਿਬ ਨੇ ਆ ਕੇ ਫੈਸਲਾ ਲੈ ਲਿਆ ਆਪਣੀ ਕੈਬਨਿਟ 'ਚ ਵੀ ਟਰੱਕ ਯੂਨੀਅਨ ਨੂੰ ਸਾਰੀਆਂ ਜਿੰਨੀਆਂ ਸੀਗੀਆਂ ਪੰਜਾਬ ਦੀਆਂ ਭੰਗ ਕਰਤੀਆਂ ਸੀ। ਸਾਡੀ ਵੀ ਟਰੱਕ ਯੂਨੀਅਨ ਜਿਹੜੀ ਨੰਗਲਦੀ ਹੈ ਇਹ ਰਾਣਾ ਜੀ ਰਹਿਣ ਰਮਾਈ ਹੇਠ ਚੱਲਦੀ ਰਹੀ।
ਸਾਨੂੰ ਕਦੇ ਵੀ ਸਰਕਾਰ ਵੱਲ ਤੇ ਇਸ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਵੀ ਸਾਡੀ ਟਰੱਕ ਯੂਨੀਅਨ ਜਿਹੜੀ ਹੈ ਵੀ ਨਹੀਂ ਹੈ। ਉਹ ਸਾਡੀ ਟਰੱਕ ਯੂਨੀਅਨ ਜਿਉਂ ਦੀ ਤੂੰ ਹੀ ਚੱਲਦੀ ਰਹੀ। ਪੰਜਾਬ 'ਚ ਹਾਹਾਕਾਰ ਮਚ ਗਿਆ ਸੀ ਟਰੱਕ ਯੂਨੀਅਨ ਟੁੱਟਣ ਕਰਕੇ। ਲੋਕਾਂ ਦਾ ਜਿਹੜਾ ਧੰਦਾ ਸੀ ਉਹ ਚੌਪਟ ਹੋ ਗਿਆ ਸੀ। ਸਾਡੀ ਟਰੱਕ ਯੂਨੀਅਨ ਕਰੋੜਾਂ ਰੁਪਈਆ ਦਾ ਬਿਜ਼ਨਸ ਕਰਦੀ ਮਹੀਨੇ ਦਾ। ਸਾਡਾ ਜਿਹੜੀਆਂ 2 ਫੈਕਟਰੀਆਂ ਸਾਨੂੰ ਮੇਨ ਜਿਹੜਾ ਰੁਜ਼ਗਾਰ ਦਿੰਦੀਆਂ, ਇੱਕ NFL ਹੈ, ਇੱਕ ਉਹਦੇ ਨਾਲ ਲੱਗਦੀ ਛੋਟੀ ਫੈਕਟਰੀ ਜਿਹੜੀ ਹੈ ਉਹ ਦੇਖਣ ਨੂੰ ਛੋਟੀ ਹੈ ਪਰ ਉਹ ਸਾਨੂੰ ਰੁਜ਼ਗਾਰ NFL ਨਾਲੋਂ ਕਈ ਗੁਣਾ ਵੱਧ ਦਿੰਦੀ। PACL ਕੰਮ ਸਮੂਥਲੀ ਚੱਲਦਾ ਸੀ। PACL ਦੀ ਡਿਮਾਂਡ ਸੀਗੀ ਵੀ ਵੱਡੇ ਟੈਂਕਰ ਪਾਓ, ਕਿਉਂਕਿ ਹਰ ਵਪਾਰੀ ਜਿਹੜਾ ਹੈ ਉਹ ਕਮਾਈ ਕਰਨ ਵਾਸਤੇ ਕੰਮ ਕਰਦਾ। ਹਰ ਵਪਾਰੀ ਕਮਾਈ ਕਰਨਾ ਬੱਚੇ ਪਾਲਣ ਵਾਸਤੇ ਕਿਤੇ ਨਾ ਕਿਤੇ ਤੇ 2 ਪੈਸੇ ਲੱਭਦਾ ਸੀ। ਉਹਨਾਂ ਨੇ ਸਾਨੂੰ ਜ਼ੋਰ ਪਾਇਆ ਵੀ ਵੱਡੀਆਂ ਗੱਡੀਆਂ ਪਵਾਓ। ਗੱਡੀਆਂ ਵੱਡੀਆਂ ਅਸੀਂ ਪਵਾਈਆਂ। ਕੰਮ ਸਾਡੇ ਕੋਲ ਬਹੁਤ ਸੀਗਾ। ਅਸੀਂ 2 ਤੇ 3 ਕਰੋੜ ਦਾ ਕੰਮ ਜਿਹੜਾ ਹੈ ਉਹ ਕਰਦੇ ਹਾਂ PACL ਦਾ, ਅੱਜ ਵੀ ਟੈਂਕਰ ਸੈਕਸ਼ਨ ਦਾ। ਉਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਬੋਡੀ ਸੈਕਸ਼ਨ ਦਾ ਕੰਮ ਹੈ ਉਹ ਵੀ ਲਗਭਗ 1 ਕਰੋੜ ਸਵਾ ਕਰੋੜ ਦਾ ਅਲੱਗ ਤੇ ਹੁੰਦਾ ਹੈ। PACL ਫੈਕਟਰੀ ਜਦੋਂ ਕਰੋਨਾ ਦੀ ਮਾਰ ਹੇਠ ਆਈ ਉਦੋਂ ਸਾਨੂੰ ਵੀ ਉਹਨਾਂ ਨੇ ਬੇਨਤੀ ਕੀਤੀ। ਉਹਨੇ ਮੁਲਾਜ਼ਮਾਂ ਦੀਆਂ ਆਪਣੀਆਂ ਤਨਖਾਹਾਂ ਘੱਟ ਕਰ ਲਈਆਂ। ਸਾਨੂੰ ਵੀ ਉਹਨਾਂ ਨੇ ਗੱਲ ਕਹੀ ਆ ਵੀ ਜਿਹੜਾ ਮਾਲ ਸਾਡਾ 45,000 ਰੁਪਏ ਟਨ ਵਿਕਦਾ ਸੀ ਉਹਦੀ ਕੀਮਤ ਜਿਹੜੀ ਅੱਜ 17 ਤੇ 18,000 ਰੁਪਏ ਟਨ ਰਹਿ ਗਈ। ਵੀ ਨਹੀਂ, ਸਾਨੂੰ ਮਜਬੂਰਨ ਫੈਕਟਰੀ ਬੰਦ ਕਰਨੀ ਪੈ ਜਾਏਗੀ। ਫੈਕਟਰੀ ਦੀ ਹਾਲਤ ਬੜੀ ਮਾੜੀ ਸੀਗੀ ਉਸ ਵੇਲੇ। ਫੈਕਟਰੀ ਨੇ 100 ਕਰੋੜ ਰੁਪਇਆ ਘੱਟ ਤੋਂ ਘੱਟ ਜਿਹੜਾ ਬਿਜਲੀ ਬੋਰਡ ਦਾ ਬਿਜਲੀ ਦਾ ਬਕਾਇਆ ਸੀ ਉਹ ਪੈਸੇ ਮੰਗਦੇ ਸੀ। ਉਹਨਾਂ ਨੇ ਰਾਣਾ ਸਾਹਿਬ ਨੂੰ ਅਪਰੋਚ ਕੀਤੀ, ਸਾਡੇ ਮਾਨਯੋਗ ਸਪੀਕਰ ਸਾਹਿਬ ਸੀਗੇ, ਵੀ ਸਾਨੂੰ ਇਹ ਪੈਸੇ ਜਿਹੜੇ ਹੈ ਦਵਾਏ ਜਾਣ ਸਰਕਾਰ 'ਤੇ। ਪਰ ਸਰਕਾਰ ਨੇ ਫੈਸਲਾ ਕੀਤਾ ਵੀ ਫੈਕਟਰੀ ਅਸੀਂ ਤਾਂ ਲਾ ਕੇ ਦੇਣੀ ਸੀਗੀ ਅਤੇ ਹੁਣ ਹਰ ਸਾਲ ਅਸੀਂ ਪੈਸੇ ਤਾਂ ਇਹਨੂੰ ਫੈਕਟਰੀ ਨੂੰ ਨਹੀਂ ਦੇ ਸਕਦੇ। ਜੇ ਘਾਟੇ ਜਾਂਦੀ ਹੈ ਤਾਂ ਇਹਨੂੰ ਬੇਸ਼ੱਕ ਵੇਚ ਦਿੱਤਾ ਜਾਵੇ। ਰਾਣਾ ਜੀ ਨੇ ਉਪਰਾਲਾ ਕੀਤਾ, ਚੰਗੀ ਪਾਰਟੀ ਟੋਲ ਕੇ ਫੈਕਟਰੀ ਜਿਹੜੀ ਹੈ ਪ੍ਰਾਈਵੇਟ ਹੋ ਗਈ। ਪ੍ਰਾਈਵੇਟ ਹੋਣ ਨਾਲ ਹੋਇਆ ਇਹ ਹੈ ਵੀ ਪਰ ਪਹਿਲਾਂ ਤਾਂ ਰਾਣਾ ਸਾਹਿਬ ਨੇ ਦਾਅਵਾ ਕੀਤਾ ਸੀਗਾ ਜਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ। ਉਸ ਮੌਕੇ ਜੋ ਸਾਡੇ MP ਨੇ ਉਹ ਵੀ ਮੌਜੂਦ ਸੀਗੇ ਪ੍ਰੈਸ ਕਾਨਫਰੰਸ ਕਿ PACL ਨੂੰ ਵਿਕਣ ਨਹੀਂ ਦਿੱਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ। ਫਿਰ ਅਜਿਹਾ ਕੀ ਹੋ ਗਿਆ ਕਿ ਵੇਚ ਹੀ ਦਿੱਤੀ ਹੈ ਫੈਕਟਰੀ? ਫੈਕਟਰੀ ਵੇਚਣ ਵਾਸਤੇ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਹੀ ਹੈ ਉਹ ਇੱਕ ਬਹੁਤ ਵੱਡੀ ਮਜਬੂਰੀ ਹੋ ਗਈ ਸੀਗੀ। ਕਰੋਨਾ ਦੀ ਮਾਰ ਹੇਠ ਸਾਰੀ ਦੁਨੀਆ ਆ ਗਈ ਸੀਗੀ। ਪੰਜਾਬ ਸਰਕਾਰ ਦਾ ਵੀ ਜਿਹੜਾ ਸਾਰਾ ਕਾਰੋਬਾਰ ਸੀਗਾ ਉਹ ਠੱਪ ਹੋ ਗਿਆ। ਫੈਕਟਰੀ ਵੇਚਣ ਦੀ ਮਜਬੂਰੀ ਇਹ ਸੀ ਵੀ ਸਰਕਾਰ ਕੋਲ ਜਦੋਂ ਪੈਸੇ ਨਹੀਂ ਸੀਗੇ, ਸਰਕਾਰ ਨੇ ਇਹ ਕਹਿ ਦਿੱਤਾ ਸੀ ਵੀ ਹੁਣ ਸਾਡੀ ਸੀ ਇਸ ਸਮਰੱਥਾ 'ਚ ਨਹੀਂ ਹੈ ਵੀ ਅਸੀਂ ਤੁਹਾਨੂੰ ਪੈਸੇ ਦੇ ਸਕੀਏ। ਰਾਣਾ ਸਾਹਿਬ ਨੇ ਉਪਰਾਲਾ ਕੀਤਾ ਸੀ ਵੀ ਇਹ ਫੈਕਟਰੀ ਨਾ ਕਿਤੇ ਬੰਦ ਹੋ ਜਾਏ। ਇੱਥੋਂ ਦੇ ਜਿਹੜੇ ਵਰਕਰ ਮੁਲਾਜ਼ਮ ਹੈ ਵੀ ਉਹਨਾਂ ਦਾ ਰੋਟੀ ਰੋਜੀ ਨਾ ਚਲੇ ਜੇ। ਵੀ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਜਿਹੜੀ ਇਹ ਰਹਿਣੀ ਹੀ ਚਾਹੀਦੀ। ਉਦੋਂ ਰੇਟ ਘਟਾਏ ਸੀਗੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਇਸ ਗੱਲ 'ਤੇ ਬਿਲਕੁਲ ਨਹੀਂ ਮੁਕਰਦਾ। ਪਰ ਜਦੋਂ ਫੈਕਟਰੀ ਸਰਵਾਈਵ ਹੋਈ, ਫਿਰ ਮਾਰਕੀਟ ਵਧੀ, ਉਸ ਰੇਟ ਸਾਡੇ ਜਿਹੜੇ ਆ ਪੂਰੇ ਹੋ ਗਏ। ਸਾਡੀਆਂ ਜਿਹੜੀਆਂ ਦਿਹਾੜੀਆਂ ਵੀ ਉਹਨਾਂ ਨੇ ਕੱਟੀਆਂ ਸੀ ਉਹ ਸਾਨੂੰ ਦਿੰਦੇ ਆ। ਹੁਣ ਅਸੀਂ ਜਿਹੜਾ ਫੈਕਟਰੀ ਦਾ ਕਾਰੋਬਾਰ ਜਿਹੜਾ ਹੈ ਉਹ ਘੱਟ ਤੋਂ ਘੱਟ 4 ਕਰੋੜ ਦੇ ਨੇੜੇ ਜਿਹੜਾ ਅਸੀਂ ਪਰ ਮੰਥ ਕਰਦੇ ਹਾਂ। ਲੋਕਾਂ ਨੂੰ ਅਗਰ ਉਹ ਆਪਾਂ ਸਮਾਂ ਨਾ ਪਹਿਚਾਣਦੇ, ਅਸੀਂ ਜਿੱਦ ਕਰਦੇ ਵੀ ਰੇਟ ਨਹੀਂ ਘਟਾਣੇ ਤਾਂ ਫੈਕਟਰੀ ਬੰਦ ਹੋ ਜਾਣੀ ਸੀਗੀ। ਜਿੱਦਾਂ ਤੁਹਾਨੂੰ ਪਤਾ ਪਹਿਲਾਂ PNFC ਫੈਕਟਰੀ ਜਿਹੜੀ ਹੈ ਉਹ ਅੜੀਅਲ ਰਵੱਈਏ ਕਰਕੇ ਹੀ ਬੰਦ ਹੋ ਗਈ ਸੀ। ਉਹਦੇ ਸਾਰੇ ਮੁਲਾਜ਼ਮ ਹੈ, ਉਹਨਾਂ 'ਚੋਂ ਕਾਫੀ ਮੁਲਾਜ਼ਮਾਂ ਨੇ ਜਿਹੜਾ ਸੁਸਾਈਡ ਕਰ ਗਏ ਸੀ। ਲੋਕ ਬੇਰੁਜ਼ਗਾਰ ਹੋ ਗਏ ਸੀ। ਉਹ ਕਿਤੇ ਧੱਕੇ ਖਾਂਦਾ ਸੀ, ਕੋਈ ਕਿਤੇ ਧੱਕੇ ਖਾਂਦਾ ਸੀ। ਰਾਣਾ ਜੀ ਦੀ ਸਮਝ ਨਾਲ, ਸਪੀਕਰ ਸਾਹਿਬ ਦੀ ਸਮਝ ਨਾਲ ਇਹ ਫੈਕਟਰੀ ਜਿਹੜੀ ਫਿਰ ਬਚਾ ਲਈ ਗਈ। ਅੱਜ ਅਸੀਂ ਸਾਰੇ ਹੀ ਬੰਦੇ ਜਿਹੜੇ ਹੈ ਟਰੱਕ ਯੂਨੀਅਨ ਦੇ, ਅਸੀਂ ਲੱਖਾਂ ਰੁਪਈਆਂ ਦਾ ਇੱਥੇ ਕਾਰੋਬਾਰ ਕਰਦੇ ਹਾਂ।
ਤਾਂ ਜੀ ਕਾਰੋਬਾਰ ਵੀ ਕਰਦੇ ਆ, ਤੁਸੀਂ ਦੱਸਿਆ ਕਿ ਕਰੋੜਾਂ ਰੁਪਏ ਦਾ ਯੂਨੀਅਨ ਕੰਮ ਵੀ ਕਰਦੀ ਹੈ, PACL ਫੈਕਟਰੀ ਕੰਮ ਵੀ ਦਿੰਦੀ ਹੈ, NFL ਵੀ ਦਿੰਦੀ ਹੈ, ਪਰ ਜਿਹੜੇ ਅਸੀਂ ਗੱਲ ਕਰੀਏ ਆਪਰੇਟਰ ਹੈ, ਟਰੱਕ ਆਪਰੇਟਰ, ਉਹਨਾਂ 'ਚ ਕਿਤੇ ਨਾ ਕਿਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕਿਵੇਂ ਉਹਨਾਂ ਨੂੰ ਸੈਟੀਸਫਾਈ ਕੀਤਾ ਜਾਵੇਗਾ, ਕਿਉਂਕਿ ਕਾਫੀ ਵੱਡਾ ਵੋਟ ਬੈਂਕ ਵੀ ਕਿਹਾ ਜਾ ਸਕਦਾ ਹੈ, 1500 ਦੇ ਕਰੀਬ ਜੋ ਫੈਮਲੀਆਂ ਜੁੜੀਆਂ ਹੋਈਆਂ ਇਸ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿ ਇਸ ਦਾ ਅਸਰ ਪਏਗਾ ਵੋਟਾਂ 'ਤੇ? ਨਹੀਂ, ਇਹ ਇੱਕ ਪੋਲੀਟੀਕਲ ਇਸ਼ੂ ਹੈ। ਜਦੋਂ ਜਦੋਂ ਵੋਟਾਂ ਆਉਂਦੀਆਂ ਉਦੋਂ ਇਹ ਮੁੱਦੇ ਉੱਠਦੇ ਹੈ। ਹੁਣ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਾਡਾ ਜਿਹੜਾ ਇਹਨਾਂ ਦਾ ਕੈਂਡੀਡੇਟ ਹੈ, ਇਹ ਲੁਧਿਆਣੇ 'ਚ ਜੰਮਿਆ ਪਲਿਆ, ਉੱਥੇ ਇਲੈਕਸ਼ਨ ਲੜਿਆ ਸੀ, ਉੱਥੇ ਬਹੁਤ ਬੁਰੀ ਤਰ੍ਹਾਂ ਕਹਿੰਦੇ ਹਾਰਿਆ ਸੀ। ਹੁਣ ਇੱਥੇ ਆ ਕੇ ਟਿਕਟ ਅਪਲਾਈ ਕੀਤੀ ਸੀ, ਇਹਨੂੰ ਮਿਲ ਗਈ। ਕੁਝ ਬੰਦੇ ਜਿਹੜੇ ਮਤਲਬ ਪਾਰਟੀਆਂ 'ਚੋਂ ਨਾਰਾਜ਼ ਹੁੰਦੇ, ਐਂਟੀ ਕੰਵੈਂਸੀ ਸਾਡੀ ਜਿਹੜੀ ਸੀਗੀ ਉਹ ਉਧਰ ਜੁੜੇ ਸੀਗੇ। ਪਰ ਮੈਂ ਦਾਅਵੇ ਨਾਲ ਕਹਿੰਦਾ ਵੀ 70% ਲੋਕ ਜਿਹੜੇ ਟਰੱਕ ਯੂਨੀਅਨ ਦੇ ਹੈ ਉਹ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਗੇ, ਕਿਉਂਕਿ ਮੈਂ ਦਫ਼ਤਰ 'ਚ ਬੈਠਦਾ ਸਾਰਾ ਦਿਨ, ਮੈਨੂੰ ਪਤਾ ਵੀ ਲੋਕਾਂ ਦੀ ਭਾਵਨਾ ਕਿਆ ਹੈ। ਕੁਝ ਲੋਕ ਹਰਜੋਤ ਬੈਂਸ ਨਾਲ ਹੀ ਜਾਤੀਵਾਦ ਦਾ ਵੀ ਅਸਰ ਹੁੰਦਾ ਹੈ। ਕੈਂਡੀਡੇਟ ਦੇਖਣਾ ਹੁੰਦਾ ਵੀ ਕਿਹੜੀ ਜਾਤ ਦਾ ਹੈ, ਉਸ ਜਾਤ ਨੂੰ ਥੋੜ੍ਹਾ ਜਿਹਾ ਉਹ ਜੁੜਦੀਆਂ ਹੀ ਹੈ। ਸੋ ਐਸੀ ਕੋਈ ਗੱਲ ਨਹੀਂ ਹੈ ਵੀ ਟਰੱਕ ਯੂਨੀਅਨ ਦੀ ਮਾਰ ਥੱਲੇ ਸਾਡੀ ਕੰਸਟੀਚੁਐਂਸੀ ਹੈ, ਬਿਰਾਣਾ ਜੀ ਨੂੰ ਉੱਥੋਂ ਕੋ ਮਾਰ ਪਏਗੀ, ਇਹਦਾ ਕਦੇ ਨਹੀਂ ਹੋਇਆ। 100% ਵੋਟਾਂ ਕਦੇ ਵੀ ਕਿਸੇ ਪਾਰਟੀ ਨੂੰ ਨਹੀਂ ਪਈਆਂ, ਨਾ ਪੈਣੀਆਂ। ਜਦੋਂ ਜਦੋਂ ਵਿਰੋਧੀ ਇਲੈਕਸ਼ਨ ਆਉਂਦਾ ਉਦੋਂ ਵਿਰੋਧ ਕਰਦੇ ਹੈ। ਤੋ ਸਾਨੂੰ ਇਹਦੀ ਕੋਈ ਮਾਰ ਨਹੀਂ ਹੈ, ਮੈਂ ਦਾਅਵੇ ਨਾਲ ਕਹਿ ਸਕਦਾ। ਜਦ ਧਰਨੇ ਵਗੈਰਾ ਦਿੱਤੇ ਗਏ ਹੈ, ਦੇਖਣ ਨੂੰ ਮਿਲੇਗਾ ਪਿਛਲੇ ਦਿਨਾਂ ਵਿੱਚ ਕਾਫੀ ਧਰਨੇ ਦਿੱਤੇ ਹੈ, ਤੇ ਜੋ ਟਰੱਕ ਆਪਰੇਟਰ ਹੈ ਕਹਿ ਰਹੇ ਹੈ ਕਿ ਉਹਨਾਂ ਦਾ ਰੁਜ਼ਗਾਰ ਚਲਾ ਗਿਆ ਹੈ। ਕੀ ਹੈ ਇਹ ਸਭ? ਜਿਹੜੇ ਧਰਨੇ ਦਿੱਤੇ ਗਏ ਉਹ ਸਿਰਫ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਹੈ, ਆਪਣੀ ਰਾਜਨੀਤੀ ਚਮਕਾਉਣ ਵਾਸਤੇ ਹੈ। ਕੁਛ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ, ਉਹਨਾਂ 'ਚ ਆਪਣੀ ਮਤਲਬ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਹੈ ਵੀ ਜਦੋਂ ਜਦੋਂ ਇਲੈਕਸ਼ਨ ਆਉਂਦਾ ਇਹ ਸਾਰੇ ਮੁੱਦੇ ਉਦੋਂ ਦੇਖਣ ਨੂੰ ਮਿਲਦੇ ਆ। ਸਾਡੀ ਕੰਸਟੀਚੁਐਂਸੀ 'ਚ ਮੈਂ ਦਾਅਵਾ ਕਰਦਾ ਵੀ ਮਤਲਬ 1 ਕਰੋੜ ਨਹੀਂ, 1.5 ਕਰੋੜ ਰੁਪਈਆ ਵੀ ਜਿਹੜਾ ਪਿੰਡਾਂ ਨੂੰ ਦਿੱਤਾ, ਛੋਟੇ ਛੋਟੇ ਪਿੰਡਾਂ ਨੂੰ ਦਿੱਤਾ। ਪਿੰਡਾਂ 'ਚ ਲੋਕ ਬੈਠੇ ਹੈ, ਤਿਆਰ ਬੈਠੇ ਹੈ ਵੀ ਰਾਣਾ ਸਾਹਿਬ ਨੇ ਸਾਡੀ ਸੇਵਾ 'ਚ ਕਸਰ ਛੱਡੀ ਨਹੀਂ, ਅਸੀਂ ਵੋਟਾਂ ਪਾਉਣ 'ਚ ਕਸਰ ਛੱਡਾਂਗੇ ਨਹੀਂ। ਰਾਣਾ ਜੀ ਨੂੰ ਇੱਕ ਵਾਰੀ ਫੇਰ ਬਣਾ ਕੇ ਪੰਜਾਬ ਦਾ ਡਿਪਟੀ CM ਬਣਾਵਾਂਗੇ। ਲੋਕ ਇਸ ਗੱਲ 'ਤੇ ਤਿਆਰ ਬੈਠੇ ਹੈ। ਅਸੀਂ ਜਦ ਕੱਲ੍ਹ ਅਸੀਂ ਫੰਕਸ਼ਨ ਕਰਨ ਗਏ ਸੀਗੇ, ਮਤਲਬ ਲੋਕਾਂ ਨੂੰ ਬੜੀ ਉਤਾਵਲਾਪਨ ਹੈ ਵੀ ਵੋਟਾਂ ਪਾ ਕੇ ਰਾਣਾ ਜੀ ਦਾ ਆਸਾਨ ਵੀ ਆਪਾਂ ਇੱਕ ਵਾਰੀ ਲਾ ਦਈਏ। ਸੋ ਐਸੇ ਘਬਰਾਉਣ ਦੀ ਸਾਨੂੰ ਕੋਈ ਲੋੜ ਹੀ ਨਹੀਂ ਹੈ। ਪਰ ਤੁਹਾਨੂੰ ਲੱਗਦਾ ਕਿ ਜੋ ਤੁਹਾਡੇ ਟਰੱਕ ਆਪਰੇਟਰ ਦੇ ਵਿੱਚ ਤੁਹਾਡੇ ਹੀ ਨਾਲ ਸੀਗੇ, ਤੁਹਾਡੇ ਹੀ ਪਾਰਟੀ ਦੇ ਸੀਗੇ, ਚਾਹੇ ਐਕਸ ਪ੍ਰਧਾਨ ਹੋਵੇ, ਚਾਹੇ ਤੁਹਾਡੇ ਕਮੇਟੀ ਮੈਂਬਰ ਹੋਵੇ, ਉਹ ਵੀ ਤੁਹਾਡੇ ਵਿਰੁੱਧ ਚੱਲ ਪਏ ਸੀਗੇ, ਤੁਹਾਡੇ ਅਸਤੀਫੇ ਦੀ ਮੰਗ ਕੀਤੀ ਗਈ? ਕੋਈ ਵੀ ਮੇਰਾ ਮੈਂਬਰ ਇੱਕ ਮੇਰੇ ਖਿਲਾਫ ਨਹੀਂ ਚੱਲਿਆ। ਉਹ ਅੱਜ ਵੀ ਮੇਰੇ ਨਾਲ ਹੈ, ਕੱਲ੍ਹ ਵੀ ਮੇਰੇ ਨਾਲ ਰਹਿਣਗੇ, ਕਿਉਂਕਿ ਅਸੀਂ ਉੱਥੇ ਕੋਈ ਕਰਪਸ਼ਨ ਨਹੀਂ ਕੀਤੀ ਕਿਸੇ ਕਿਸਮ ਦੀ। ਇਹ ਮੈਂ ਛਾਤੀ ਠੋਕ ਕੇ ਕਹਿ ਸਕਦਾ ਵੀ ਅਸੀਂ ਕੋਈ ਕਰਪਸ਼ਨ ਨਹੀਂ ਕੀਤੀ। ਟਰੱਕ ਯੂਨੀਅਨ ਜਿਹੜੀ ਹੈ ਮੰਦੀ ਦੀ ਮਾਰ ਹੇਠ ਸੀ, ਅਸੀਂ ਉਹਨੂੰ ਕੱਢ ਕੇ ਇੱਕ ਵਾਰੀ ਫੇਰ ਉਭਾਰਿਆ। ਐਸੀ ਕੋਈ ਗੱਲ ਨਹੀਂ ਸਾਹਮਣੇ ਆਏਗੀ ਵੀ ਟਰੱਕ ਯੂਨੀਅਨ ਕਰਕੇ ਵੀ ਰਾਣਾ ਸਾਹਿਬ ਦਾ ਕੋਈ ਨੁਕਸਾਨ ਹੋ ਜਾਵੇ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਤੇ ਜੋ ਵਿਅਕਤੀ ਵਿਰੋਧ ਕਰ ਰਹੇ ਸੀਗੇ ਉਹ ਕਿੱਥੇ ਸਟੈਂਡ ਕਰ ਰਹੇ ਆ ਜੀ ਇਸ ਵੇਲੇ? ਫਿਰ ਉਦੋਂ ਜਦੋਂ ਕਰੋਨਾ ਦੀ ਮਾਰ ਆਈ ਸੀਗੀ ਉਦੋਂ ਸਾਰੇ ਲੋਕ ਇਸ ਗੱਲ 'ਚ ਆ ਗਏ ਸੀ ਵੀ ਕਿਤੇ ਐਸਾ ਨਾ ਹੋਵੇ ਵੀ ਸਾਡੀ ਟਰੱਕ ਯੂਨੀਅਨ ਵੀ ਬੰਦ ਹੋ ਜਾਏ। ਰੁਜ਼ਗਾਰ ਤਾਂ ਘਟਿਆ ਹੀ ਸੀਗਾ ਉਸ ਵੇਲੇ ਸਾਰਿਆਂ ਦਾ। ਅੱਜ ਉਸੇ ਤਰਜ਼ 'ਤੇ ਜਿਹੜਾ ਰੁਜ਼ਗਾਰ ਹੈ ਫਿਰ ਚੱਲ ਰਿਹਾ। ਸਾਨੂੰ ਜਿਹੜੀ ਮਾਰ ਪਈ ਸੀ ਉਹ ਕਿਰਾਇਆ ਸਾਡਾ ਜਿਹੜਾ ਹੈ ਉਹ ਦੁਬਾਰਾ ਵੱਧ ਗਿਆ। ਮਤਲਬ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਮਾਰ ਨਹੀਂ ਹੈ। ਹੁਣ ਰਾਜਨੀਤਿਕ ਸਵਾਰਥ ਹੈ ਇਹਨਾਂ ਦਾ, ਜਿਹੜੇ ਲੋਕ ਰੌਲਾ ਪਾਉਂਦੇ ਹੈ। ਹਰਜੋਤ ਬੈਂਸ ਨੂੰ ਤਾਂ ਟਰੱਕ ਯੂਨੀਅਨ ਦੀ ABC ਦਾ ਪਤਾ ਹੀ ਨਹੀਂ ਹੈ। ਜਾਂ ਤਾਂ ਕੋਈ ਲੀਡਰ ਵਿੱਚ ਜੁੜਿਆ ਹੋਵੇ ਉਹਨੂੰ ਤਾਂ ਪਤਾ ਹੋ ਸਕਦਾ। ਮੇਰਾ ਇੱਕ ਜਿਹੜਾ ਮੈਂਬਰ ਦੀ ਤੁਸੀਂ ਗੱਲ ਕਰਦੇ ਹੈ, ਉਹਨੂੰ ਵੋਟਾਂ ਇਲੈਕਸ਼ਨ 'ਚ ਬਣਿਆ ਸੀਗਾ, ਪਰ ਉਸ ਬੰਦੇ ਨੇ ਆਪਣਾ ਸਾਈਨ ਹੀ ਨਹੀਂ ਕੀਤੇ, ਉਹ ਬਾਹਰ ਰਿਹਾ। ਮਹਿਕਮਾ ਜਿਹੜਾ ਹੈ 3 ਮੀਟਿੰਗਾਂ ਦੇ ਬਾਅਦ ਕਿਸੇ ਨੂੰ ਵੀ ਮੈਂਬਰ ਨਹੀਂ ਮੰਨਦਾ ਜੇ ਉਹ ਨਹੀਂ ਜਾਂਦਾ। ਉਹ ਰੌਲਾ ਪਾਉਂਦੇ ਸੀਗੇ
ਪਹਿਲਾਂ ਰਾਣਾ ਸਾਹਿਬ ਨਾਲੇ ਸੀਗੇ ਸਾਰੇ ਹੀ, ਪਰ ਅਸੀਂ ਆਪਣਾ ਭਾਈਚਾਰਾ ਕਾਇਮ ਰੱਖਿਆ। ਹੁਣ ਰਾਜਨੀਤਿਕ ਜਿਹੜੀ ਗੱਲ ਹੈ 20 ਤਰੀਕ ਦੇ ਬਾਅਦ ਹੀ ਨਹੀਂ, ਸਾਰਿਆਂ ਨੇ ਫਿਰ ਅਸੀਂ ਇਕੱਠੇ ਹੋ ਜਾਣਾ। ਜਿੱਥੇ ਜਿੱਥੇ ਉਹਨਾਂ ਦਾ ਆਪਣਾ ਸਵਾਰਥ ਹੈ ਉਹ ਸਵਾਰਥ ਵਾਸਤੇ ਗਏ ਹੈ, ਨਾ ਕਿ ਟਰੱਕ ਯੂਨੀਅਨ ਦੇ ਨੁਕਸਾਨ ਨੂੰ ਭਰਪਾਈ ਕਰਨ ਗਏ। ਉੱਥੇ ਟਰੱਕ ਯੂਨੀਅਨ 'ਚ ਹਰਜੋਤ ਮਹਿਤਾ ਜਿਹੜਾ ਹੈ ਕਿਸੇ ਵੀ ਕਿਸਮ ਦਾ ਉਹਨੂੰ ਜਾਣਕਾਰੀ ਨਹੀਂ ਹੈ ਇਹਦੀ। ਅਗਰ ਉਹ ਬਿਆਨ ਦਿੰਦਾ ਹੈ ਤਾਂ ਉਹ ਨਿਰਾਧਾਰ ਹੈ, ਉਹਦਾ ਕੋਈ ਮਾਇਨੇ ਨਹੀਂ ਹੈ। ਆਰੋਪ ਇਹ ਵੀ ਲਗਾਏ ਗਏ ਹੈ ਕਿ ਜੋ ਆਪਰੇਟਰ ਹੈ ਉਹਨਾਂ ਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹੈ ਕਿਉਂਕਿ ਕੰਮ ਮੁੱਕ ਗਿਆ ਟਰੱਕ ਯੂਨੀਅਨ ਦਾ, ਉਹਨਾਂ ਨੂੰ ਆਪਣੀ ਗੱਡੀਆਂ ਤੱਕ ਵੇਚਣੀਆਂ ਪੈ ਗਈਆਂ। ਤੁਹਾਨੂੰ ਲੱਗਦਾ ਹੈ ਕਿ ਜੋ ਟਰੱਕ ਆਪਰੇਟਰ ਹੈ ਉਹਨਾਂ ਨੇ ਆਪਣੀ ਗੱਡੀਆਂ ਤੱਕ ਵੇਚ ਦਿੱਤੀਆਂ? ਦੇਖੋ, ਟਰੱਕ ਯੂਨੀਅਨ 'ਚ ਗੱਡੀਆਂ ਦਾ ਜਿਹੜਾ ਵਪਾਰ ਹੈ, ਬਹੁਤ ਬੰਦੇ ਵਪਾਰੀ ਹੈ ਮੇਰੇ ਟਰੱਕ ਯੂਨੀਅਨ 'ਚ, ਪਹਿਲਾਂ ਤੋਂ ਹੈ, ਹੁਣ ਤੇ ਨਹੀਂ ਹੈ। ਉਹ ਗੱਡੀਆਂ ਲਿਆਉਂਦੇ ਆ, ਉਹ ਵੇਚਦੇ ਆ, ਗੱਡੀਆਂ ਲਿਆਉਂਦੇ ਆ, ਉਹ ਵੇਚਦੇ ਆ, 2 ਪੈਸੇ ਉਹਨਾਂ ਨੂੰ ਉੱਥੋਂ ਮਿਲਦੇ ਆ, ਉਹ ਗੱਡੀ ਵੇਚ ਲੈਂਦੇ, ਜਾ ਕੇ ਦੂਜੀ ਗੱਡੀ ਹੋਰ ਲਿਆਉਂਦੇ। ਕਦੇ ਅਕਾਲੀਆਂ ਦੀ ਸਰਕਾਰ 'ਚ ਇੱਕ ਵਾਰੀ ਐਸਾ ਵਕਤ ਆ ਗਿਆ ਤਾਂ ਵੀ ਉਸ ਵੇਲੇ 200-300 ਟਰੱਕ ਜਿਹੜਾ ਹੈ ਨਾ ਕੁਆੜੀਆਂ ਨੂੰ ਚਲੇ ਗਿਆ ਸੀ। ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਕੁਆੜੀਆਂ ਨੂੰ ਕੋਈ ਮੇਰਾ ਟਰੱਕ ਨਹੀਂ ਵਿਕਿਆ। ਹੁਣ ਵੀ ਜਿਹੜੀਆਂ ਗੱਡੀਆਂ 1.5 2 ਲੱਖ ਦੀਆਂ ਲੋਕਾਂ ਨੇ ਅੱਜ ਵੀ ਰੱਖੀਆਂ ਹੋਈਆਂ, ਜੇ ਉਹਨਾਂ ਨੂੰ ਰੋਟੀ ਰੋਜੀ ਉੱਥੇ ਮਿਲਦੀ ਹੈ ਉਹਨਾਂ ਨੂੰ ਤਾਂ ਰੱਖੀਆਂ ਹੋਈਆਂ। ਜੇ ਨੁਕਸਾਨ ਹੀ ਹੁੰਦਾ ਤਾਂ ਉਹ ਗੱਡੀਆਂ ਕਦੇ ਵੇਚ ਜਾਂਦੇ, ਐਸੀ ਕੋਈ ਗੱਲ ਨਹੀਂ ਹੈ। ਕਹਿੰਦੇ ਫਾਈਨੈਂਸਰਾਂ ਨੇ ਵੀ ਆਪਰੇਟਰਾਂ ਦੀਆਂ ਗੱਡੀਆਂ ਫੜ ਲਈਆਂ, ਕੰਮ ਨਹੀਂ ਸੀ। ਦੇਖੋ, ਜੇ ਤੁਸੀਂ ਆਪਣੇ ਪੈਸੇ ਕਮਾ ਕੇ ਟਰੱਕ ਯੂਨੀਅਨ, ਜੇ ਤੁਸੀਂ ਫਾਈਨੈਂਸਰਾਂ ਦੇ ਪੈਸੇ ਲਏ ਆ ਤਾਂ ਸਾਡੀ ਡਿਊਟੀ ਵੀ ਬਣਦੀ ਹੈ ਉਹਨਾਂ ਨੂੰ ਪੈਸੇ ਦੇਣੇ। ਸਰਕਾਰ ਨੇ ਛੋਟ ਦੇ ਦਿੱਤੀ ਸੀਗੀ ਸੈਂਟਰ ਦੀ ਨੇ ਵੀ ਕੋਈ ਵੀ ਫਾਈਨੈਂਸਰ ਕਿਸੇ ਦੀ ਗੱਡੀ ਨਹੀਂ ਫੜ ਸਕਦਾ। ਇਹ ਸਿਰਫ ਬਹਾਨੇ ਹੈ ਇਹਨਾਂ ਦੇ ਵੀ ਵੋਟਾਂ ਕਿੱਦਾਂ ਰਾਣਾ ਜੀ ਦੀਆਂ ਤੋੜਨੀਆਂ, ਇਹ ਸਿਰਫ ਬਹਾਨੇਬਾਜ਼ੀ ਹੈ। ਬਾਕੀ ਸੱਚਾਈ ਇਸ ਗੱਲ 'ਚ ਕੁਛ ਨਹੀਂ ਹੈ। ਜੇ ਸਰਕਾਰ ਨੇ ਕਹਿਤਾ ਸੀ, ਸਰਕਾਰ ਨੇ ਟੈਕਸ ਵਿੱਚ ਹੀ ਛੋਟ ਦੇ ਦਿੱਤੀ ਸੀਗੀ ਵੀ ਕੋਈ ਬੰਦਾ ਟੈਕਸ ਨਹੀਂ ਭਰ ਸਕਦਾ ਤਾਂ ਉਹਦੀ ਕੋਈ ਗੱਡੀ ਨਹੀਂ ਫੜੀ ਜਾਏਗੀ। DTO ਨੂੰ ਹੁਕਮ ਸੀਗੇ। ਮੈਨੂੰ ਪਤਾ, ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ। ਇਹ ਬਾਕੀ ਸਵਾਰਥ ਹੈ ਲੋਕਾਂ ਦਾ ਵੀ ਅੱਜ ਰਾਣੇ ਨਾਲ ਕਿਸੇ ਨੂੰ ਨਾਰਾਜ਼ਗੀ ਹੈ, ਮੇਰਾ ਮੁੰਡਾ ਨਹੀਂ ਲਵਾਇਆ, ਮੇਰਾ ਐ ਨਹੀਂ ਹੋ ਗਿਆ। ਇਹ ਸਾਰੀਆਂ ਨਾਰਾਜ਼ਗੀਆਂ ਜਿਹੜੀਆਂ ਹੈ ਇਹ ਵੋਟਾਂ ਦੀਆਂ ਹੈ, ਨਾ ਕਿ ਟਰੱਕ ਯੂਨੀਅਨ ਦੀਆਂ। ਟਰੱਕ ਯੂਨੀਅਨ ਅੱਜ ਵੀ 70% ਜਿਹੜੇ ਹੈ, ਮੈਂ ਦਾਅਵੇ ਨਾਲ ਕਹਿੰਦਾ, ਗਰੰਟੀ ਨਾਲ ਕਹਿੰਦਾ, ਵੋਟਾਂ ਪੈਣ ਦੇ ਬਾਅਦ ਕਸਮਾਂ ਖਿਲਾ ਕੇ ਪੁੱਛ ਲੈਣ ਵੀ ਅਸੀਂ ਵੋਟਾਂ ਕਿਹਨੂੰ ਪਾਈਆਂ ਦੀਆਂ। ਪਹਿਲਾਂ ਅਸੀਂ ਕਸਮ ਨਹੀਂ ਖਿਲਾਉਂਦੇ ਕਿਸੇ ਨੂੰ, ਕਿਉਂਕਿ ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀ ਹੈ। ਕਾਂਗਰਸ ਪਾਰਟੀ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ। ਕਾਂਗਰਸ ਪਾਰਟੀ ਨੇ ਗਰੀਬ ਆਦਮੀਆਂ ਨੂੰ ਜਿਹੜਾ ਹੈ ਸਟੈਂਡ ਕੀਤਾ, ਕੁਰਸੀ 'ਤੇ ਬੈਠਣ ਜੋਗੇ ਕਰਤੇ। ਇਹ ਬਹੁਤ ਵੱਡੀ ਗਲਤੀ। ਹੁਣ ਮਹਾਰਾਜ ਦੀ ਕਿਰਪਾ ਨਾਲ ਚੰਨੀ ਜੀ ਦਾ ਹੱਥ ਬਾਗਡੋਰ ਆਈ, ਜਿਹੜੀ ਚੰਨੀ ਜੀ ਨੇ ਰਾਤ ਦਿਨ ਕਰਕੇ, ਮੇਰੇ DSP ਦੋਸਤ ਸੀਗੇ, ਉਹ ਮੈਨੂੰ ਦੱਸਦੇ ਸੀ ਵੀ ਰਾਤ ਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਚੰਨੀ ਕਿੱਧਰੋਂ ਆ ਗਿਆ 3 ਵਜੇ। ਮਤਲਬ ਅਸੀਂ ਉੱਥੇ 1 ਮਿੰਟ ਆਰਾਮ ਨਹੀਂ ਕਰ ਸਕਦੇ ਸੀ। 3 ਮਹੀਨੇ 'ਚ ਉਹਨੇ ਇੰਨੀ ਮਿਹਨਤ ਕੀਤੀ ਵੀ ਕਾਂਗਰਸ ਦੁਬਾਰਾ ਜਿਹੜੀ ਸਰਕਾਰ ਬਣਾਉਣ ਜਾ ਰਹੀ ਹੈ, ਇਹ ਚੰਨੀ ਜੀ ਨੂੰ ਸਿਲਾ ਜਾਂਦਾ ਇਸ ਗੱਲ ਦਾ, ਰਾਣਾ ਸਾਹਿਬ ਨੂੰ ਸਿਲਾ ਜਾਂਦਾ। ਉਹ ਤਾਂ ਕਹਿੰਦਾ, ਕਿਹਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਹਨੂੰ ਵੀ ਮੈਨੂੰ ਜਿਹੜੀ ਰਾਜਨੀਤੀ ਹੈ ਉਹ ਰਾਣੇ KP ਨੇ ਸਿਖਾਈ, ਉਂਗਲੀ ਫੜ ਕੇ ਸਿਖਾਈ, ਵੀ ਮੈਂ ਇਹਦਾ ਦੇਣਾ ਦੇ ਨਹੀਂ ਸਕਦਾ। ਤੁਹਾਨੂੰ ਲੱਗਦਾ ਜੋ ਟਰੱਕ ਆਪਰੇਟਰ 'ਚ ਜੋ ਆਪਰੇਟਰ ਕੁਝ ਨਾਰਾਜ਼ ਸੀਗੇ ਉਹਨਾਂ ਨੂੰ ਮਨਾ ਲਿਆ ਗਿਆ ਜਾਂ ਉਹਨਾਂ ਨੂੰ ਸਮਝਾ ਲਿਆ ਗਿਆ ਹੈ ਕਿ ਗੁੰਮਰਾਹ ਵਗੈਰਾ ਨਾ ਹੋਣ, ਇਸ ਤਰ੍ਹਾਂ ਵੀ ਕੁਝ ਕੀਤਾ ਗਿਆ ਜੀ? ਬਿਲਕੁਲ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਹਨੇ ਮੈਂ ਤਾਂ ਤੁਹਾਨੂੰ ਦੱਸਿਆ ਉੱਥੇ ਵੀ ਅਕਾਲੀ ਵੀ ਹੈਗੇ ਆ, BJP ਵੀ ਹੈਗੀ ਆ, ਕਾਮਰੇਡ ਵੀ ਹੈਗੇ ਆ, ਹਰ ਕਿਸਮ ਦੀ ਪਾਰਟੀ ਸਾਡੀ ਟਰੱਕ ਯੂਨੀਅਨ 'ਚ ਹੈ। ਰਾਣਾ ਜਿੰਨੇ ਮਰਜ਼ੀ ਚੰਗੇ ਹੋਰ ਕੰਮ ਕਰਦਾ ਪਿਆ, ਉਹ ਕਦੇ ਵੀ ਇਹ ਨਹੀਂ ਕਹਿਣਗੇ ਵੀ ਰਾਣਾ ਜੀ ਨੇ ਚੰਗਾ ਕੰਮ ਕੀਤਾ। ਉਹਨਾਂ ਦੇ ਪਿੰਡਾਂ 'ਚ ਹੋਏ ਹੈ, ਉਹ ਫਿਰ ਵੀ ਉਹਨਾਂ ਦੇ ਗਲੇ ਦੇ ਗੱਲ ਬਾਹਰ ਨਹੀਂ ਆ ਸਕਦੀ, ਕਿਉਂਕਿ ਪਾਰਟੀਆਂ ਦੇ ਮਤਲਬ ਸਿਧਾਂਤ ਹੈ ਵੀ ਦੂਏ ਦੀ ਬਦਨਾਮੀ ਕਰਨੀ। ਕਾਂਗਰਸ ਵੀ ਕਰਦੀ ਹੈ, ਉਹ ਵੀ ਕਰਦੇ ਹੈ, ਪਰ ਕਾਂਗਰਸ 'ਚ ਐਸਾ ਕੁਛ ਨਹੀਂ ਹੈ ਵੀ ਜਿਹੜਾ ਸਾਨੂੰ ਕੋਈ ਕਿਸੇ ਦੇ ਇਹ ਟਰੱਕ ਯੂਨੀਅਨ ਦੀ ਮਾਰ ਥੱਲੇ ਅਸੀਂ ਆ ਜਾਈਏ, ਐਸਾ ਕੁਛ ਨਹੀਂ ਹੈ। ਜਿਹੜੇ ਵਿਰੋਧੀ ਆ ਕਹਿ ਰਿਹਾ ਕਿ ਟਰੱਕ ਯੂਨੀਅਨ 'ਚ ਕਰਪਸ਼ਨ ਬਹੁਤ ਹੋਈ ਹੈ ਜੀ, ਤੇ ਇਸ ਦੇ ਨਾਲ ਹੀ ਕਰਪਸ਼ਨ ਨੂੰ ਲੈ ਕੇ ਉਹ ਪ੍ਰਧਾਨ ਦੇ ਅਸਤੀਫੇ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਸੀ। ਕੀ ਕਹੋਗੇ ਤੁਸੀਂ? ਇੱਥੇ 2-4 ਬੰਦੇ ਜਿਹੜੇ ਹੈ, ਮੈਨੂੰ ਟਰੱਕ ਯੂਨੀਅਨ ਨੂੰ 88 ਤੇ ਦੇਖਦਾ ਆਉਂਦਾ ਮੈਂ, 2-4 ਬੰਦੇ ਇੱਦਾਂ ਦੇ ਜਿਨ੍ਹਾਂ ਨੂੰ ਕੋਈ ਪ੍ਰਧਾਨ ਪਸੰਦ ਹੀ ਨਹੀਂ ਆਇਆ। ਪਹਿਲਾਂ ਸਰਦਾਰ ਪਿਆਰਾ ਸਿੰਘ ਹੁੰਦੇ ਸੀ, ਇਮਾਨਦਾਰ ਆਦਮੀ ਸੀਗੇ, ਇਹਨਾਂ ਬੰਦਿਆਂ ਨੂੰ ਉਹ ਵੀ ਪਸੰਦ ਨਹੀਂ ਆਏ। ਸਰਦਾਰ ਅਜਮੇਰ ਸਿੰਘ ਰਿਹਾ ਢੇਰ ਤੋਂ, ਬਿਲਕੁਲ ਪਸੰਦ ਨਹੀਂ ਆਇਆ। ਉਸ ਤੋਂ ਬਾਅਦ ਬਿੱਟਾ ਜੀ ਆ ਗਏ 2002 'ਚ, ਇਹਨਾਂ ਨੇ ਉਹਦੇ ਖਿਲਾਫ ਵੀ ਮੁਖਾਲਫਤ ਡਟ ਕੇ ਕੀਤੀ। ਇਹਨਾਂ ਦਾ ਰਿਕਾਰਡ ਦੇਖ ਲਿਆ ਜਾਵੇ, ਇਹਨਾਂ ਦਾ ਇਤਿਹਾਸ ਕੱਢ ਕੇ ਦੇਖਿਆ ਜਾਵੇ ਵੀ ਇਹਨਾਂ ਨੂੰ ਕੋਈ ਬੰਦਾ ਪਸੰਦ ਹੀ ਨਹੀਂ ਆਉਂਦਾ।
ਇਹ ਸੋਚਦੇ ਵੀ ਸੱਤ ਦੇ ਬਗੈਰ ਟਰੱਕ ਯੂਨੀਅਨ ਚੱਲ ਨਹੀਂ ਸਕਦੀ। ਔਰ ਅਸੀਂ ਦਾਅਵਾ ਕਰਦੇ ਹਾਂ ਵੀ ਸਰਕਾਰ ਬਣੇਗੀ, ਟਰੱਕ ਯੂਨੀਅਨ ਫਿਰ ਇਹਦੇ ਨਾਲੋਂ ਜ਼ਿਆਦਾ ਦੌੜੇਗੀ, ਇਹਦੇ ਨਾਲੋਂ ਜ਼ਿਆਦਾ ਦੌੜੇਗੀ। ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ। ਕੁਛ ਲੋਕ ਜਿਹੜੇ ਪਾਰਟੀਆਂ ਬਾਜੀਆਂ ਦਾ ਆਸਰਾ ਲੈ ਕੇ ਗੁੰਮਰਾਹ ਹੋ ਜਾਂਦੇ। ਸੋ ਸਾਰੇ ਮੇਰੇ ਭਰਾ ਹੈ ਟਰੱਕ ਯੂਨੀਅਨ 'ਚ, ਮੈਂ ਬਾਰ-ਬਾਰ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡਾ ਰੋਜੀ ਰੋਟੀ ਦਾ ਮੰਦਰ ਹੈ, ਇੱਥੇ ਮੈਂ ਪਾਰਟੀਬਾਜੀ ਕਰਨ ਨਹੀਂ ਆਇਆ, ਨਾ ਮੈਂ ਕਿਸੇ ਨਾਲ ਝਗੜਾ ਕਰਨ ਆਇਆ। ਇਹ ਮੈਨੂੰ ਜੋ ਮਰਜ਼ੀ ਕਹੀ ਜਾਂਦੇ ਸੀ। ਆਖਰ ਜਾਣਾ ਕਿੱਥੇ ਹੈ? ਜਿਹਨੂੰ ਜਦ ਲੋੜ ਪੈਂਦੀ ਆਉਂਦਾ ਮੇਰੇ ਕੋਲ ਹੀ ਹੈ। ਅਸੀਂ ਤਾਂ ਮਤਲਬ ਮੈਂ ਕਦੇ ਪਾਰਟੀਬਾਜੀ ਨਹੀਂ ਕੀਤੀ। ਬੇਸ਼ੱਕ ਦੀ ਇਨਕੁਆਇਰੀ ਕਰਾ ਲਈ ਜਾਵੇ ਵੀ ਜਿਹੜੇ ਵਿਰੋਧੀ ਤੇ ਮੈਂ ਉਹਨਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਦਾ ਸੀ। ਹਜੇ ਆਪਣੇ ਬੰਦੇ ਨੂੰ ਮੈਂ ਕਹਿ ਦਿੰਦਾ ਸੀ ਵੀ ਚੱਲ 2 ਦਿਨ ਤੂੰ ਟਿਕ ਜਾ। ਸੋ ਸਾਨੂੰ ਡਰਨ ਦੀ ਕੋਈ ਲੋੜ ਨਹੀਂ, ਅਸੀਂ ਇਮਾਨਦਾਰੀ ਨਾਲ ਕੰਮ ਕੀਤਾ। ਉਹ ਕਹਿ ਰਹੇ ਆ ਕਿ ਪ੍ਰਧਾਨ ਨੂੰ ਸਾਡੇ ਸਾਹਮਣੇ ਬਿਠਾ ਦਿਓ, ਸਾਡੀ ਓਪਨ ਡਿਬੇਟ ਕਰਾ ਲਓ, ਅਸੀਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਜੀ। ਇਲੈਕਸ਼ਨ ਮੁੱਕ ਲੈਣ ਤੇ ਕਰ ਲਾਂਗੇ ਡਿਬੇਟ ਵੀ। ਮੈਂ ਚੈਲੰਜ ਕੀਤਾ ਸੀ ਵੀ ਜਦ ਮਰਜ਼ੀ ਡਿਬੇਟ ਕਰ ਲਓ, ਪਰ ਕਰਨ ਕਿਹੜੇ ਮੂੰਹ ਨਾਲ? ਵਿਰੋਧ ਜਿਹੜਾ ਕਰਦਾ ਇਹ ਜਿਹੜੇ 2-3 ਵਿਰੋਧੀ ਤੇ 4 ਇਹ ਟਰੱਕ ਯੂਨੀਅਨ ਇਹਨਾਂ ਨੇ ਬਚਾ ਲਈ ਸੀ। ਕਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਤੇਦਾਰ ਤਾਂ ਇਹਨਾਂ 'ਚੋਂ ਜਿਹੜਾ ਜਾ ਕੇ ਟਰੱਕ ਯੂਨੀਅਨ ਬਚਾ ਕੇ ਲਿਆਇਆ? ਇਹ ਰਾਣਾ KP ਦੀ ਬਦੌਲਤ ਜਿਹੜੀ ਹੈ ਸਾਡੀ ਟਰੱਕ ਯੂਨੀਅਨ ਚੱਲੀ ਰਹੀ। ਅਸੀਂ ਰਾਣੇ ਦਾ ਰਿਣ ਦੇ ਨਹੀਂ ਸਕਦੇ। ਸਾਡੇ ਜਿਹੜੇ ਮੈਂ ਦਾਅਵੇ ਨਾਲ ਕਹਿੰਦਾ ਵੀ 70% ਵੋਟਾਂ ਟਰੱਕ ਯੂਨੀਅਨ ਦੀਆਂ ਅਲੱਗ ਪਵਾ ਕੇ ਦੇਖ ਲਓ। ਜੇ 70% ਤੇ ਘੱਟ ਨਿਕਲ ਜਾਣ ਉਦੋਂ ਰਿਜ਼ਾਈਨ ਕਰ ਦੂੰਗਾ, ਜੋ ਜੁਰਮਾਨਾ ਲਾਣਾ ਲਾ ਦੇਣ। ਮੈਂ ਤੁਹਾਡੇ TV ਰਾਹੀਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ, ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨ ਭੰਗ ਕੀਤੀਆਂ ਸੀਆਂ ਪੰਜਾਬ ਦੀਆਂ, ਉਹ ਸਪੀਕਰ ਸਾਹਿਬ ਦੀ ਕਿਰਪਾ ਨਾਲ, ਸਪੀਕਰ ਸਾਹਿਬ ਨੇ ਲੋਕਾਂ ਦਾ ਦਰਦ ਦੇਖਿਆ ਵੀ ਟਰੱਕ ਯੂਨੀਅਨ ਨਾਲ ਜਿਹੜਾ ਧੱਕਾ ਹੋਇਆ ਸੀ, ਚੰਨੀ ਸਾਹਿਬ ਨੂੰ ਕਹਿ ਕੇ ਟਰੱਕ ਯੂਨੀਅਨ ਜਿਹੜੀਆਂ ਦੁਬਾਰਾ ਬਹਾਲ ਕਰਾਈਆਂ। ਇਹਨਾਂ ਦਾ ਜ਼ਿਕਰ ਤਾਂ ਕਦੇ ਨਹੀਂ ਕਰਦੇ। ਇਹਨਾਂ ਦਾ ਜ਼ਿਕਰ ਵੀ ਤਾਂ ਕਰਨਾ ਚਾਹੀਦਾ ਤਾਂ। ਫਿਰ ਰਾਣਾ ਜੀ ਦੀ ਸਿਫਤ ਕਰਨੀ ਚਾਹੀਦੀ ਸੀ, ਚੰਨੀ ਸਾਹਿਬ ਦੀ ਸਿਫਤ ਕਰਨੀ ਚਾਹੀਦੀ ਸੀ ਵੀ ਜਿਹੜਾ ਕੈਪਟਨ ਸਾਹਿਬ ਨੇ ਮਾੜਾ ਕੰਮ ਕੀਤਾ ਸੀ, ਉਹ ਚੰਨੀ ਸਾਹਿਬ ਨੇ ਜਿਹੜਾ ਕੀਤਾ ਹੈ ਵੀ ਉਹ ਬਹੁਤ ਅੱਛਾ ਕੰਮ ਕੀਤਾ। ਸਾਡੇ ਬੱਚਿਆਂ ਦਾ ਰੋਟੀ ਰੋਜੀ ਰੁਜ਼ਗਾਰ ਜਿਹੜਾ ਚੱਲਿਆ, ਅਸੀਂ ਤਾਂ ਨਹੀਂ ਚੰਨੀ ਸਾਹਿਬ ਦੇ ਧੰਨਵਾਦੀ ਹੋਵਾਂਗੇ। ਇਹ ਇਹਨਾਂ ਦੇ ਗਲੇ 'ਚੋਂ ਗੱਲ ਬਾਹਰ ਨਹੀਂ ਆ ਸਕਦੀ ਕਿਉਂਕਿ ਹੁਣ ਮੁੱਦਾ ਵੋਟਾਂ ਦਾ। ਵੋਟਾਂ ਤੋਂ ਬਾਅਦ ਇਹਨਾਂ ਤੇ ਜੋ ਮਰਜ਼ੀ ਕਹਾ ਲਓ, ਨਾਅਰੇ ਵੀ ਲਾਉਣਗੇ। ਇਹੀ ਟੀਮ ਜਿਹੜੀ ਹੈ ਅੱਜ ਤੈਨੂੰ ਚੱਲੀ ਹੋਈ ਹੈ, ਇਹੀ ਟੀਮ ਰਾਣੇ KP ਦੇ ਨਾਅਰੇ ਲਾਉਂਦੀ ਸੀਗੀ ਵੀ ਰਾਣਾ ਜੀ ਸਾਨੂੰ ਤੁਸੀਂ ਬਚਾ ਦਿੱਤਾ, ਸਾਡੀ ਟਰੱਕ ਯੂਨੀਅਨ ਰੱਖ ਲਈ, ਸਾਰੇ ਪੰਜਾਬ ਦੀਆਂ ਭੰਗ ਹੋ ਗਈਆਂ। ਇਹੀ ਟੀਮ ਨਾਅਰੇ ਲਾਉਂਦੀ ਸੀ। ਪਰ ਜਦ ਤੇ ਵੋਟਾਂ ਨੇੜੇ ਨੂੰ ਆਈਆਂ, ਇਹਨਾਂ ਦਾ ਆਪਣਾ ਸਵਾਰਥ ਜਿਹੜਾ ਅੰਦਰੋਂ ਉਹ ਜਾਗਿਆ। ਇਹ ਹੁਣ ਰਾਣਾ ਜੀ ਦੇ ਖਿਲਾਫ ਜਿਹੜੇ ਭਾਸ਼ਣ ਕਰਦੇ, ਇਹ ਗਲਤ ਗੱਲ ਹੈ, ਨਹੀਂ ਹੋਣੀ ਚਾਹੀਦੀ। ਮੈਂ ਤਾਂ ਕਹਿੰਦਾ ਜੇ ਕੱਲ੍ਹ ਨੂੰ ਹਰਜੋਤ ਬੈਂਸ ਕੋਈ ਚੰਗਾ ਕੰਮ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਬਹੁਤ ਅੱਛਾ ਕੀਤਾ। ਤੇ ਇਹ ਸੀਗੇ ਸਾਡੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਪਿਆਰੇ ਲਾਲ ਜਸਵਾਲ। ਕਿਉਂਕਿ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਟਰੱਕ ਯੂਨੀਅਨ ਤੇ PSCL ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਸਾਰੇ ਜਿੰਨੇ ਇਸ਼ੂ ਸੀਗੇ ਸਾਰੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਸਾਰੇ ਇੱਕ ਗੱਲ ਦਾ ਜਵਾਬ ਸਾਡੇ ਪੰਜਾਬ TV ਦੇ ਮਾਧਿਅਮ ਰਾਹੀਂ ਵੋਟਰਾਂ ਤੇ ਦਰਸ਼ਕਾਂ ਤੱਕ ਪਹੁੰਚਾਇਆ ਹੈ। ਇਸੇ ਤਰ੍ਹਾਂ ਅਸੀਂ ਅਲੱਗ-ਅਲੱਗ ਵਿਅਕਤੀਆਂ ਤੱਕ ਜਾਵਾਂਗੇ ਤੇ ਸਾਰੀ ਗੱਲਬਾਤ ਹੈ ਤੁਹਾਡੇ ਤੱਕ ਪਹੁੰਚਾਵਾਂਗੇ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ। ਧੰਨਵਾਦ।